ਵਾਹਿਗੁਰੂ ਸਾਹਿਬ ਜੀ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਨਾ ਤੁਮ ਡੋਲੋ ਨਾ ਹਮ ਗਿਰਤੇ, रख लीनी हर मेरी। ना तुम डोलो ना हम गिरते, रख लीनी हर मेरी। वाहिगुरु जी का खालसा, वाहिगुरु जी की फतेह। गुरां दी साजी और नवाजी साध संगत जी, गुरां दा खास स्वरूप गुरु प्यारी संगत जी, आप जी नूं भली भांत पता है कि लड़ीवार श्री सुखमनी साहिब जी दी विचार सतगुरु धन गुरु अर्जन देव महाराज जी आप त्रुट के करवा रहे हैं। सो साडी लड़ीवार चल रही विचार कल तक 6वीं अष्टपदी दे 3 पदियां तक विचार मुकम्मल हुई सी। आओ 6वीं अष्टपदी दे 4थे पदे तो विचार प्रारंभ करते हाँ। मन बिरतियां नूं एकाग्र करके सरवण करन दा यतन करिए जी। वाहिगुरु साहिब जी। साध कै संग न कबहू धावै, साध संगत करन वाला कदे किसे जूना च नहीं दौड़दा, मुक्त हो जाता है। साध कै संग सदा सुख पावै, साध संगत करन करके सदा रहन वाला सुख आत्मा आनंद दा पुरख पा लैंदा है। साध संग बसत अगोचर लहै, भाई साधुआं दी संगत करके अगोचर इंद्रियां दे विषे जिहड़ी सत आनंद स्वरूप वस्तु है उस नूं प्राप्त कर लैंदा है। भाव लख लैंदा है, लै लैंदा है। साधु कै संग अजरस है, साधुआं दी संगत करके जो आत्मा आनंद है अजर है, जरिया नहीं जाता किसी तो। जदों आनंद आउंदा है उछल पैंदा है, दसन लग जाता है कि मैनू बड़ा आनंद आया, मैनू बड़ा सुख होया, मैनू बड़ा प्रकाश दिसदा है। पर साध संगत करके वह अजर अवस्था नूं सहार लैंदा है। अजर जिहड़े काम क्रोध जरे नहीं जाते, इन्हां नूं भी रोकण दा सहारा पा लैंदा है। साध कै संग बसै थान ऊंचै, भाई साध संगत करके उच्चियां थां कौन है सचखंड। ऊंचा थान अत ऊंचा ताका दरबारा, स्वरूप रूपी अत उच्चे थां तुरिया पद विच जा वसदा है। साधु कै संग महल पहुँचै, साधुआं दी संगत करके महल सत स्वरूप विच पहुँच जाता है। साध कै संग दृढ़ै सब धर्म, साध संगत करके सारियां धर्मां विच परमेश्वर नूं दृढ़ करदा। ਉਹ जिन्ने दुनिया च धर्म ने किसे दे धर्म नूं खंडन नहीं करदा। ਉਹ सारियां च ही परमेश्वर है, अनक रूप हो के वरत रहा। ਜਿਹੜਾ साध संगत करन वाला है ਉਹ ਸਾਰੇ पुरख धर्म नूं दृढ़ हो जाते आ, धर्म नहीं छड्डदे। भाई मती दास ने जिवें आरे नाल शरीर कटा लिया पर सिੱਖੀ धर्म नहीं छड्डिया।
ਭਾਈ ਤਾਰੂ ਸਿੰਘ ਜੀ ਨੇ ਖੋਪਰ ਲੋਹਾ ਲਿਆ, ਪਰ ਸਿੱਖੀ ਧਰਮ ਨੂੰ ਨਹੀਂ ਛੱਡਿਆ। ਇਉਂ ਸਭ ਉਹ ਸਿੱਖ ਸਤ ਸੰਗਤ ਕਰਨ ਵਾਲੇ ਪੱਕਾ ਧਰਮ ਨੂੰ ਦ੍ਰਿੜ ਕਰ ਲੈਂਦੇ ਆ। ਸਤ ਆਨੰਦ ਸਰੂਪ ਜੋ ਆਪਣਾ ਸਰੂਪ ਹੈ, ਉਹ ਸਰੂਪ ਲੱਖਣਾ ਰੂਪੀ ਧਰਮ ਨੂੰ ਨਿਸ਼ਚੇ ਕਰ ਲੈਂਦੇ ਹਨ। ਸਾਧ ਕੈ ਸੰਗ ਕੇਵਲ ਪਾਰ ਬ੍ਰਹਮ। ਸਾਧ ਸੰਗਤ ਕਰਨ ਵਾਲੇ ਕੇਵਲ ਇੱਕੋ ਇੱਕ ਪਰਮਾਤਮਾ ਨਾਲ ਜੁੜ ਜਾਂਦੇ ਹਨ। ਕੈਵਲਿਆ ਰੂਪ ਨੂੰ ਪਾ ਕੇ ਪਾਰ ਬ੍ਰਹਮ ਰੂਪ ਹੋ ਜਾਂਦੇ ਹਨ। ਸਾਧ ਕੈ ਸੰਗ ਪਾਏ ਨਾਮ ਨਿਧਾਨ। ਸਾਧ ਸੰਗਤ ਕਰਕੇ ਨਾਮ ਦਾ ਖਜ਼ਾਨਾ ਪੁਰਖ ਪ੍ਰਾਪਤ ਕਰ ਲੈਂਦਾ ਹੈ। ਨਾਨਕ ਸਾਧੂ ਕੈ ਕੁਰਬਾਨ। ਸਤਿਗੁਰੂ ਮਹਾਰਾਜ ਕਹਿੰਦੇ, ਐਸੇ ਸਤਿਗੁਰੂ ਦੇ ਪਿਆਰੇ ਸੰਤਾਂ ਭਗਤਾਂ ਤੋਂ ਕੁਰਬਾਨ ਬਲਿਹਾਰ ਜਾਈਏ। ਸਾਧ ਕੈ ਸੰਗ ਸਭ ਕੁਲ ਉਧਾਰੈ। ਭਾਈ, ਜਿਹੜਾ ਸਤ ਸੰਗਤ ਕਰਨ ਵਾਲਾ ਪੁਰਖ ਹੈ, ਉਹ ਸਾਰੀਆਂ ਕੁਲਾਂ ਦਾ ਉਧਾਰ ਕਰ ਲੈਂਦਾ ਹੈ। ਪਿਛਲੀਆਂ ਜਿਹੜੀਆਂ ਅਵਗਤ ਗਈਆਂ ਉਹਨਾਂ ਦੀਆਂ ਕੁਲਾਂ ਵੀ ਮਹਾਰਾਜ ਬਖਸ਼ ਦਿੰਦੇ ਹਨ। ਸਾਰੀਆਂ ਬਾਕੀ ਜਿਹੜੀਆਂ ਕੁਲਾਂ ਹਨ ਉਹਨਾਂ ਦਾ ਉਧਾਰ ਹੋ ਜਾਂਦਾ ਹੈ। ਦੇਵੀ ਕੁਲ ਜਿਹੜੀ ਹੈ ਆਖਰੀ ਸੰਪਤ ਹੇਠਾਂ ਦੱਬੀ ਹੋਈ, ਉਹਦਾ ਉਧਾਰ ਕਰ ਦਿੰਦਾ ਹੈ, ਬਚਾ ਲੈਂਦਾ ਹੈ। ਸਾਰੀਆਂ ਉਹਨਾਂ ਦੀਆਂ ਕੁਲਾਂ ਪੀੜ੍ਹੀਆਂ ਦੀਆਂ ਪੀੜ੍ਹੀਆਂ ਦਾ ਉਧਾਰ ਹੋ ਜਾਂਦਾ ਹੈ। ਐਸਾ ਸਤ ਸੰਗਤ ਦਾ ਫਲ ਹੈ। ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ। ਸਾਧ ਸੰਗਤ ਕਰਨ ਵਾਲਾ ਜਿਹੜਾ ਸੱਜਣ ਹੈ, ਜਿਹੜੇ ਮਿੱਤਰ ਨੇ, ਕੁਟੰਬ ਇਸਤਰੀ ਆਦਿਕ ਸਾਰਿਆਂ ਨੂੰ ਪਰਪੰਚ ਤੋਂ ਤਾਰ ਦਿੰਦਾ ਹੈ। ਸਤ ਸੰਗੀ ਬਣਾ ਕੇ ਉਹਨਾਂ ਦੇ ਜੀਵਨ ਦਾ ਉਧਾਰ ਕਰ ਦਿੰਦਾ ਹੈ। ਸਾਧੂ ਕੈ ਸੰਗ ਸੋ ਧਨ ਪਾਵੈ। ਸਾਧੂਆਂ ਦੀ ਸੰਗਤ ਕਰਨੇ ਕਰਕੇ ਉਹ ਧਨ ਪ੍ਰਾਪਤ ਹੁੰਦਾ ਹੈ। ਜਿਸ ਧਨ ਤੇ ਸਭ ਕੋ ਵਰਸਾਵੈ, ਉਹ ਅੰਮ੍ਰਿਤ ਨਾਮ ਧਨ ਹੈ। ਜਿਸ ਧਨ ਤੋਂ ਸਾਰੇ ਵਰਸਾਉਣ, ਸਾਰੇ ਹੀ ਲਾਭ ਉਠਾਉਣ। ਸਾਧ ਸੰਗ ਧਰਮ ਰਾਏ ਕਰੇ ਸੇਵਾ। ਭਾਈ, ਸਾਧ ਸੰਗਤ ਦੇ ਵਿੱਚ ਜਿਹੜਾ ਮਿਲਣ ਵਾਲਾ ਧਰਮ ਰਾਜਾ ਵੀ ਸੇਵਾ ਕਰਦਾ ਉਹਨਾਂ ਦੀ। ਜਿਵੇਂ ਪਾਤਸ਼ਾਹ ਸ੍ਰੀ ਰਾਗ ਵਿੱਚ ਤੀਜੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਅੰਗ 38 ਤੇ ਫਰਮਾਉਂਦੇ ਹਨ, ਅਧਿਆਤਮੀ ਹਰ ਗੁਣ ਤਾਸ, ਮਨ ਜਪਹਿ ਏਕ ਮੁਰਾਰ, ਤਿਨਕੀ ਸੇਵਾ ਧਰਮ ਰਾਏ ਕਰੈ, ਧਨ ਸਵਾਰਨਹਾਰ। ਇਸ ਪ੍ਰਕਾਰ ਧਰਮ ਰਾਏ ਵੀ ਸਾਧ ਸੰਗਤ ਦੀ ਟਹਿਲ ਕਰਦਾ ਹੈ। ਭਾਵੇਂ ਜਮ ਹੈ ਲੋਕਾਂ ਵਾਸਤੇ, ਪਰ ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ। ਨਾਨਕ ਧਰਮ ਐਸੇ ਚਵੈ ਕੀਤੋ ਭਵਨ ਪੁਨੀਤ। ਇਉਂ ਸਾਧ ਸੰਗਤ ਜੀ ਸੇਵਾ ਧਰਮ ਰਾਜ ਕਰਦਾ ਹੈ। ਜਿਵੇਂ ਜਨਕ ਰਾਜਾ ਜਿਸ ਵਕਤ ਗਿਆ ਸੀ, ਦੇਖ ਕੇ ਜਮਪੁਰੀ 'ਚ ਜੀਆਂ ਤੇ ਤਰਸ ਕਰਕੇ ਧਰਮ ਰਾਜ ਨੂੰ ਕਿਹਾ ਸੀ, ਸਭਨਾਂ ਦੀ ਕਰ ਬੰਦ ਖਲਾਸੀ, ਕਰੇ ਬੇਨਤੀ ਧਰਮ ਰਾਏਹੂ, ਠਾਕੁਰ ਸੇਵਕ ਅਬਿਨਾਸੀ। ਉਸ ਵੇਲੇ ਪਰਮੇਸ਼ਰ ਦਾ ਨਾਮ ਜਪਿਆ, ਸਾਰੇ ਨਰਕ ਤੋਂ ਜੀਵ ਜੰਤ ਜਨਕ ਨੇ ਛੁਡਾ ਲਏ। ਇਉਂ ਸਾਧ ਸੰਗਤ ਦੀ ਸੇਵਾ ਧਰਮ ਰਾਜਾ ਵੀ ਕਰਦਾ ਹੈ। ਸਾਧ ਕੈ ਸੰਗ ਸੋਭਾ ਸੁਰ ਦੇਵਾ। ਸਾਧੂਆਂ ਦੀ ਸੰਗਤ ਕਰਨ ਵਾਲੇ ਨੂੰ ਸਾਧ ਸੰਗਤ ਜੀ ਸੁਰ ਦੇਵਾ, ਇੰਦਰ ਵੀ ਉਹਨਾਂ ਦੀ ਸੋਭਾ ਕਰਦਾ ਜਿਹੜੇ ਸਾਧ ਸੰਗਤ ਕਰਦੇ ਆ। ਸੁਰ ਦੇਵਾ ਜਿਹੜੇ ਦੇਵੀ ਗੁਣਾਂ ਦੇ ਸਮੇਤ ਪੁਰਖ ਆ, ਉਹ ਸੁਰ ਦੇਵਤਾ ਹਨ। ਇੱਕ ਦੇਵਤੇ ਅਯਾਨ ਦੇਵਤਾ ਹਨ, ਜਿਹੜੇ ਬ੍ਰਹਮ ਦੇ ਸੰਕਲਪ ਨਾਲ ਪੈਦਾ ਹੋਏ ਆ। ਉਹ ਵੀ ਸਾਧ ਸੰਗਤ ਦੀ ਸੋਭਾ ਕਰਦੇ ਆ। ਸਾਰੇ ਦੇਵਤੇ ਉਹਨਾਂ ਦੀ ਸੋਭਾ ਕਰਦੇ ਆ।
ਜਿਹੜੇ ਸਾਧ ਸੰਗਤ ਕਰਦੇ ਆ। ਸਾਧੂ ਕੈ ਸੰਗ ਪਾਪ ਭਲਾਇਨ। ਭਾਈ ਸਾਧੂਆਂ ਦੀ ਸੰਗਤ ਕਰਨੇ ਕਰਕੇ ਜਿਹੜੇ ਪਾਪ ਹਨ ਉਹ ਸਾਰੇ ਪਲਾਂ ਵਿੱਚ ਜਾਂਦੇ ਭੱਜ ਜਾਂਦੇ ਨਾਸ ਹੋ ਜਾਂਦੇ ਹਨ। ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਜਿਹੜੇ ਪੁਰਖ ਸਾਧੂਆਂ ਦੀ ਸੰਗਤ ਕਰਦੇ ਆ ਉਹ ਅੰਮ੍ਰਿਤ ਰੂਪ ਗੁਣਾਂ ਨੂੰ ਗਾਉਂਦੇ ਹਨ ਰਸਨਾ ਕਰਕੇ। ਸਾਧ ਸੰਗਤ ਦਾ ਫਲ ਹੈ ਅੰਮ੍ਰਿਤ ਰੂਪ ਗੁਣ ਪਰਮੇਸ਼ਰ ਦੇ ਗਾਈਦੇ ਹਨ। ਸਾਧ ਕੈ ਸੰਗ ਸਰਬ ਥਾਨ ਗਮ। ਸਾਧ ਸੰਗਤ ਕਰਨ ਵਾਲੇ ਸਾਰਿਆਂ ਥਾਵਾਂ ਦੀ ਗਮਤਾ ਹੋ ਜਾਂਦੀ ਹੈ ਜਿੱਥੇ ਕੋਈ ਨਾ ਪਹੁੰਚ ਸਕੇ। ਸਤ ਸੰਗਤ ਕਰਕੇ ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ, ਸੱਚ ਖੰਡ ਸਾਰਿਆਂ ਥਾਵਾਂ ਵਿੱਚ ਗਮਤਾ ਹੋ ਜਾਂਦੀ ਹੈ। ਸਾਧ ਸੰਗਤ ਕਰਨ ਵਾਲੇ ਪੁਰਖ ਕੋਈ ਰੋਕ ਨਹੀਂ ਪਾ ਸਕਦਾ ਉਹਨਾਂ ਨੂੰ ਜਾਂਦਿਆਂ ਨੂੰ। ਨਾਨਕ ਸਾਧ ਕੈ ਸੰਗ ਸਫਲ ਜਨਮ। ਸਾਧ ਸੰਗਤ ਕਰਨੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਜਨਮ ਸਫਲਾ ਹੋ ਜਾਂਦਾ ਹੈ। ਸਾਧ ਕੈ ਸੰਗ ਨਹੀਂ ਕਛ ਕਾਲ। ਸਾਧ ਸੰਗਤ ਕਰਨ ਵਾਲੇ ਨੂੰ ਹੋਰ ਕੋਈ ਕਮਾਈ ਜਿਵੇਂ ਧੂਣੀਆਂ ਤੌਣੀਆਂ, ਜਲ ਧਾਰਾ ਕਰਨੀ, ਪੁੱਠੇ ਲਟਕਣਾ, ਇਹ ਘਾਲਣਾ ਨਹੀਂ ਕਰਨੀ ਪੈਂਦੀ ਹੈ। ਦਰਸ਼ਨ ਭੇਟਤ ਹੋਤ ਨਿਹਾਲ। ਦਰਸ਼ਨ ਦੇਖ ਕਰਕੇ ਮਹਾਰਾਜ ਦੇ ਨਿਹਾਲ ਹੋ ਜਾਂਦੇ ਆ, ਦੁੱਖਾਂ ਤੋਂ ਰਹਿਤ ਹੋ ਜਾਂਦੇ ਆ। ਐਸਾ ਫਲ ਪ੍ਰਾਪਤ ਹੁੰਦਾ ਹੈ ਸਾਧ ਸੰਗਤ। ਜਿਵੇਂ ਪਾਤਸ਼ਾਹ ਜੀ, ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਧਨਾਸਰੀ ਰਾਗ ਵਿੱਚ ਪਾਵਨ ਪਵਿੱਤਰ ਅੰਗ 672 ਤੇ ਫਰਮਾਉਂਦੇ ਹਨ, ਘਾਲ ਨ ਮਿਲਿਓ ਸੇਵ ਨ ਮਿਲਿਓ, ਮਿਲਿਓ ਆਏ ਅਚਿੰਤਾ, ਜਾਕੋ ਦਇਆ ਕਰੀ ਮੇਰੇ ਠਾਕੁਰ, ਤਿਨ ਗੁਰਹਿ ਕਮਾਨੋ ਮੰਤਾ। ਭਾਈ ਜਿਨ੍ਹਾਂ ਨੇ ਗੁਰ ਮੰਤਰ ਕਮਾਇਆ ਉਹਨਾਂ ਨੂੰ ਹੋਰ ਕੋਈ ਘਾਲ ਦੀ ਲੋੜ ਨਹੀਂ। ਦਰਸ਼ਨ ਦੇਖ ਕੇ ਨਿਹਾਲ ਹੋ ਜਾਂਦਾ ਮਹਾਰਾਜ ਦੇ। ਸਾਧ ਕੈ ਸੰਗ ਕਲੂਖਤ ਹਰੈ। ਭਾਈ ਸਾਧ ਸੰਗਤ ਕਰਨ ਵਾਲਾ ਪੁਰਖ ਕਲੂਖਤ, ਜਿਹੜੇ ਕਾਲੇ ਕਰਮ ਕਰਨ ਵਾਲੇ ਪਾਪ, ਉਹਨਾਂ ਨੂੰ ਹਰਨ ਲੈਂਦੇ, ਮੇਟ ਲੈਂਦਾ ਹੈ। ਸਾਧ ਕੈ ਸੰਗ ਨਰਕ ਪਰ ਹਰੈ। ਸਾਧੂਆਂ ਦੀ ਸੰਗਤ ਕਰਨ ਵਾਲਾ ਪੁਰਖ ਨਰਕਾਂ ਨੂੰ ਵੀ ਪਰ ਹਰੈ, ਦੂਰ ਕਰ ਦਿੰਦਾ ਹੈ, ਨਰਕਾਂ ਤੋਂ ਪਰੇ ਹੋ ਜਾਂਦਾ ਹੈ। ਮਹਾਰਾਜ ਦੇ ਨਾਮ ਨਾਲ ਨਮੋ ਨਰਕ ਨਾਸੀ ਸਦੈਵੰ ਪ੍ਰਕਾਸ਼ੇ ਸਰੂਪ ਦਾ ਗਿਆਨ ਹੋ ਜਾਂਦਾ ਹੈ। ਸਾਧ ਕੈ ਸੰਗ ਈਹਾ ਊਹਾ ਸੁਹੇਲਾ। ਸਾਧੂਆਂ ਦੀ ਸੰਗਤ ਕਰਕੇ ਨਿਸ਼ਚੇ ਕਰਕੇ ਐਸ ਲੋਕ 'ਚ ਵੀ ਸੁਖੀ ਹੋ ਜਾਂਦਾ ਹੈ ਅਤੇ ਪਰਲੋਕ 'ਚ ਵੀ ਸੁਖੀ ਹੁੰਦਾ ਹੈ। ਸਾਧ ਸੰਗ ਵਿਚਰਤ ਹਰ ਮੇਲਾ। ਮਹਾਤਮਾ ਦੀ ਸੰਗਤ ਐਸੀ ਹੈ, ਵਿਛੜਿਆ ਹੋਇਆ ਹਰੀ ਦਾ ਮਿਲਾਪ ਹੋ ਜਾਂਦਾ ਹੈ ਇਸ ਜੀਵ ਦਾ। ਜੋ ਇੱਛੈ ਸੋਈ ਫਲ ਪਾਵੈ। ਭਾਈ ਜੋ ਇੱਛਾ ਚਿਤਵਨੀ ਕਰਦਾ ਹੈ ਉਹ ਫਲ ਸਾਧ ਸੰਗਤ ਦੁਆਰਾ ਪਾ ਲੈਂਦਾ ਹੈ, ਪਰ ਇੱਛਾ ਚੰਗੀ ਕਰਨੀ ਚਾਹੀਦੀ ਹੈ। ਕੋਈ ਐਸੀ ਇੱਛਾ ਨਾ ਹੋਵੇ ਜਿਹੜੀ ਅੰਤ ਨੂੰ ਦੁਖਦਾਇਕ ਹੋਵੇ। ਜਿਵੇਂ 10ਵੇਂ ਪਾਤਸ਼ਾਹ ਜੀ ਦੇ ਵੇਲੇ ਇੱਕ ਸਾਖੀ ਆਉਂਦੀ ਹੈ। ਗੁਰੂ 10ਵੇਂ ਪਾਤਸ਼ਾਹ ਕੋਲੇ ਚੋਰ ਨੇ ਚੋਰੀਆਂ ਦਾ ਸੰਕਲਪ ਕੀਤਾ ਕਿ ਮਹਾਰਾਜ ਮੇਰੀਆਂ 3 ਚੋਰੀਆਂ ਜ਼ਾਹਰ ਨਾ ਹੋਣ। ਜਦੋਂ ਲਾਲਚ ਕਰਕੇ ਚੌਥੀ ਚੋਰੀ ਕੀਤੀ ਉਸ ਨੂੰ ਫੜ ਲਿਆਂਦਾ ਸਿੱਖਾਂ ਨੇ। ਮਹਾਰਾਜ ਕਹਿੰਦੇ, ਤੂੰ ਤਾਂ 3 ਚੋਰੀਆਂ ਦਾ ਸੰਕਲਪ ਕੀਤਾ ਸੀ ਕਿ ਜ਼ਾਹਰ ਨਾ ਹੋਣ, ਫੇਰ ਤੂੰ ਸੰਤੋਖ 'ਚ ਨਾ ਰਿਹਾ, ਚੌਥੀ ਚੋਰੀ ਵੀ ਕਰ ਲਈ। ਸਿੱਖਾਂ ਨੇ ਫੜ ਲਿਆ
ਪੱਲੇ 'ਚੋਂ ਸਾਰਾ ਧਨ ਪਦਾਰਥ ਕੱਢ ਲਿਆ, ਦੰਡ ਦੇ ਕੇ ਫਿਰ ਛੱਡਿਆ। ਇਉਂ ਇਹੋ ਜਿਹੇ ਇੱਛਾ ਕਰਕੇ ਫਲ ਤਾਂ ਉਹੋ ਜਿਹਾ ਮਿਲ ਜਾਂਦਾ ਹੈ, ਪਰ ਇੱਛਾ ਚੰਗੀ ਹੋਣੀ ਚਾਹੀਦੀ ਹੈ। ਸਾਧ ਕੈ ਸੰਗ ਨ ਬਿਰਥਾ ਜਾਵੈ। ਭਾਈ ਸਤ ਸੰਗਤ ਕੀਤੀ ਸਾਧ ਸੰਗਤ ਦੀ ਵਿਅਰਥ ਨਹੀਂ ਜਾਂਦੀ, ਸਫਲੀ ਹੁੰਦੀ ਹੈ, ਫਲ ਪ੍ਰਾਪਤ ਹੁੰਦਾ ਹੈ। ਪਾਰ ਬ੍ਰਹਮ ਸਾਧ ਰਿਦ ਬਸੈ। ਭਾਈ ਮਹਾਤਮਾ ਦੇ ਹਿਰਦਿਆਂ ਵਿੱਚ ਪਾਰ ਬ੍ਰਹਮ ਪਰਮੇਸ਼ਰ ਹਰ ਵਕਤ ਪ੍ਰਤੱਖ ਹੋ ਕੇ ਵਸ ਰਿਹਾ ਹੈ। ਨਾਨਕ ਉਦਰੈ ਸਾਧ ਸੁਨ ਰਸੈ। ਸਤਿਗੁਰੂ ਜੀ ਕਹਿੰਦੇ ਆ, ਜਿਹੜੇ ਸਾਧੂਆਂ ਤੋਂ ਪਰਮੇਸ਼ਰ ਦੇ ਨਾਮ ਨੂੰ ਸੁਣਦੇ ਆ ਤੇ ਰਸ ਜਾਂਦੇ ਆ, ਜਿਨ੍ਹਾਂ ਦਾ ਚਿੱਤ ਸੁਣਨ ਵਿੱਚ ਹੈ, ਉਹ ਉਧਰ ਜਾਂਦੇ, ਮੁਕਤ ਹੋ ਜਾਂਦੇ ਆ। ਜਿਹੜੇ ਕੰਨਾਂ ਨਾਲ ਸੁਣਦੇ ਆ, ਰਸਨਾ ਨਾਲ ਰਸਦੇ ਆ, ਸਿਮਰਨ ਕਰਦੇ ਆ, ਉਹ ਸਾਧੂਆਂ ਦੀ ਸੰਗਤ ਕਰਕੇ ਮੁਕਤ ਹੋ ਜਾਂਦੇ ਆ ਸੰਸਾਰ ਤੋਂ। ਸਾਧ ਕੈ ਸੰਗ ਸੁਨੋ ਹਰ ਨਾਉ। ਸਾਧੂਆਂ ਦੀ ਸੰਗਤ 'ਚ ਮਿਲ ਕਰਕੇ ਹੋਰ ਦੁਨੀਆ ਦੀਆਂ ਗੱਲਾਂ ਝਗੜੇ ਵਿੱਚ ਨਾ ਪਾਓ, ਪਰਮੇਸ਼ਰ ਦੇ ਨਾਮ ਨੂੰ ਸੁਣਨਾ ਕਰੋ। ਸਾਧ ਸੰਗ ਹਰ ਕੇ ਗੁਣ ਗਾਓ। ਸਤ ਸੰਗਤ ਵਿੱਚ ਮਿਲ ਕਰਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰੋ। ਸਾਧ ਕੈ ਸੰਗ ਨ ਮਨ ਤੇ ਬਿਸਰੈ। ਸਾਧ ਸੰਗਤ ਦਾ ਇਹ ਫਲ ਵੱਡਾ ਸਮਝੋ, ਮਨ 'ਚ ਵਾਹਿਗੁਰੂ ਕਦੇ ਭੁੱਲਣਾ ਨਹੀਂ ਚਾਹੀਦਾ। ਸਾਧ ਸੰਗ ਸਰ ਪਰ ਨਿਸਤਰੈ। ਸਾਧ ਸੰਗਤ ਕਰਨ ਵਾਲਾ ਜ਼ਰੂਰ ਵਰ ਜ਼ਰੂਰ ਇਸ ਸੰਸਾਰ ਤੋਂ ਤਰ ਜਾਂਦਾ ਹੈ, ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ। ਸਾਧ ਕੈ ਸੰਗ ਲੱਗੈ ਪ੍ਰਭ ਮੀਠਾ। ਸਾਧ ਸੰਗਤ ਦਾ ਇਹੋ ਹੀ ਫਲ ਹੈ ਭਾਈ। ਸਾਧ ਸੰਗ ਮਨ ਸੋਵਤ ਜਾਗੇ, ਤਬ ਪ੍ਰਭ ਨਾਨਕ ਮੀਠੇ ਲਾਗੇ। ਸਾਧ ਸੰਗਤ ਕਰਕੇ ਵਾਹਿਗੁਰੂ ਪਿਆਰਾ ਲੱਗ ਆਉਂਦਾ ਹੈ। ਬਾਣੀ ਪੜ੍ਹਦਿਆਂ ਆਨੰਦ ਆਉਣ ਲੱਗ ਜਾਂਦਾ ਹੈ। ਨਾਮ ਜਪਦਿਆਂ ਰਸ ਆਉਂਦਾ ਹੈ, ਮਿੱਠਾ ਲੱਗਣ ਲੱਗ ਜਾਂਦਾ ਹੈ। ਸਾਧੂ ਕੈ ਸੰਗ ਘਟ ਘਟ ਡੀਠਾ। ਮਹਾਂਪੁਰਖਾਂ ਦੀ ਸੰਗਤ ਕਰਨ ਕਰਕੇ ਜਿਹੜਾ ਘਟਾਂ ਘਟਾਂ 'ਚ ਪਰਮੇਸ਼ਰ ਗੁਪਤ ਜਾਂ ਜਾ ਜਾਪੈ ਕਿਛ ਕਿਥਾਊ ਨਾਹੀ। ਅਗਿਆਨ ਕਾਲ 'ਚ ਜਦੋਂ ਜਾਣੀਦਾ ਕਿਤੇ ਵੀ ਨਹੀਂ ਦਿਸਦਾ, ਤਾਂ ਤਾ ਕਰਤਾ ਭਰਪੂਰ ਸਮਾਹੀ। ਸਾਧ ਸੰਗਤ ਕਰਕੇ ਘਟਾਂ ਘਟਾਂ 'ਚੋਂ ਉਸ ਵਾਹਿਗੁਰੂ ਨੂੰ ਪ੍ਰਤੱਖ ਕਰਕੇ ਵੇਖ ਲਈਦਾ ਹੈ। ਸਾਧ ਸੰਗ ਭਏ ਆਗਿਆਕਾਰੀ। ਭਾਈ ਸਾਧ ਸੰਗਤ ਵਿੱਚ ਚੱਲਣੇ ਕਰਕੇ ਇੰਦਰੇ ਵੀ ਆਗਿਆਕਾਰੀ ਹੋ ਜਾਂਦੇ ਆ, ਮਨ ਵੀ ਆਗਿਆਕਾਰੀ ਹੋ ਜਾਂਦਾ। ਜਿਹੜੇ ਸਾਧ ਸੰਗਤ ਦੇ ਆਗਿਆਕਾਰੀ ਜਗਿਆਸੂ ਹੋਏ ਹਨ, ਸਾਧ ਸੰਗਤ ਹੋਣੇ ਕਰਕੇ ਵਾਹਿਗੁਰੂ ਦੇ ਆਗਿਆਕਾਰੀ ਭਾਣਾ ਮੰਨਣ ਵਾਲੇ ਬਣ ਜਾਈਦਾ ਹੈ। ਸਾਧ ਸੰਗ ਗਤ ਭਈ ਹਮਾਰੀ। ਭਾਈ ਸਾਧ ਸੰਗਤ ਕਰਨ ਕਰਕੇ ਸਾਡੀ ਕਲਿਆਣ ਹੋਈ ਹੈ। ਸਾਧ ਕੈ ਸੰਗ ਮਿਟੇ ਸਭ ਰੋਗ। ਸਾਧ ਸੰਗਤ ਕਰਨ ਵਾਲਿਆਂ ਦੇ ਸਾਰੇ ਹੰਕਾਰ ਆਦਿਕ ਰੋਗ ਮਿਟ ਗਏ ਹਨ। ਨਾਨਕ ਸਾਧ ਭੇਟੇ ਸੰਜੋਗ। ਸਤਿਗੁਰੂ ਮਹਾਰਾਜ ਕਹਿੰਦੇ, ਮਹਾਂਪੁਰਖ ਪੂਰਬਲੇ ਕਰਮਾਂ ਦੇ ਸੰਜੋਗ ਕਰਕੇ ਮਿਲੇ ਹਨ, ਜਿਸ ਕਿਸੇ ਨੂੰ ਮਿਲੇ ਹਨ। ਸਾਧ ਕੀ ਮਹਿਮਾ ਵੇਦ ਨ ਜਾਣੈ। ਸਾਧੂਆਂ ਮਹਾਤਮਾ ਦੀ ਮਹਿਮਾ ਨੂੰ ਵੇਦ ਵੀ ਨਹੀਂ ਜਾਣ ਸਕਦਾ। ਵੇਦ ਜਿਹੜੇ ਆ ਸਾਧ ਸੰਗਤ ਜੀ ਤ੍ਰਿਗੁਣ ਵਿਥਿਆ ਵੇਦਾ ਤਿੰਨਾਂ ਗੁਣਾਂ ਨੂੰ ਵਿਸ਼ੇ ਵੇਦ ਕਰਦੇ ਆ। ਚਤੁਰਥੀ ਗੁਣ ਭਵਾਰਜਨਾ। ਚੌਥਾ ਤੁਰਿਆ ਪਦ ਜਿਹੜਾ ਹੈ ਉਹ ਜਨਾਂ ਦੇ ਤਾਈਂ ਪ੍ਰਾਪਤ ਹੈ। ਗੀਤਾ 'ਚ ਕ੍ਰਿਸ਼ਨ ਜੀ ਨੇ ਕਿਹਾ, ਉਹ ਚੌਥਾ ਤੁਰਿਆ ਪਦ ਸੰਤ ਮਹਾਤਮਾ ਜਾਣਦੇ ਹਨ।
ਤਿੰਨੇ ਗੁਣਾਂ ਨੂੰ ਵਿਸ਼ੇ ਵੇਦ, ਕਰਮ, ਉਪਾਸਨਾ, ਗਿਆਨ ਵੀ ਕਥਨ ਕਰਦੇ ਆ। ਜੋ ਚੌਥਾ ਤੁਰਿਆ ਪਦ ਹੈ ਉਹ ਸਵੈ ਸੰਵੇਦ ਹੈ, ਮਹਾਂਪੁਰਖਾਂ ਦਾ ਸਵੈ ਅਨੁਭਵ ਗਮ ਅਵਸਥਾ ਹੈ। ਉਸ ਨੂੰ ਵੇਦ ਵੀ ਨਹੀਂ ਜਾਣ ਸਕਦਾ। ਪਰਮ ਵੇਦ ਜੋ ਹੈ ਦੂਸਰੇ ਕਰਕੇ ਜਾਣਿਆ ਜਾਵੇ, ਉਹਨੂੰ ਵੇਦ ਕਥਨ ਕਰ ਸਕਦਾ। ਉਹਨਾਂ ਦੇ ਕਰਮ ਨੂੰ ਦੱਸ ਸਕਦਾ, ਉਪਾਸਨਾ ਨੂੰ ਦੱਸ ਸਕਦਾ, ਗਿਆਨ ਨੂੰ ਦੱਸ ਸਕਦਾ। ਜਿਹੜਾ ਸਵੈ ਅਨੁਭਵ ਗਮ ਹੈ ਨਾ ਮਹਾਤਮਾ ਨੂੰ, ਉਹਨੂੰ ਵੇਦ ਵੀ ਨਹੀਂ ਕਹਿ ਸਕਦਾ, ਕਿਉਂਕਿ ਸਵੈ ਸੰਵੇਦ ਜੋ ਸੰਤਾਂ ਦੇ ਅਨੁਭਵ ਕਰਕੇ ਪ੍ਰਗਟ ਪ੍ਰਤੱਖ ਵਾਹਿਗੁਰੂ ਦਾ ਸਰੂਪ ਹੈ, ਉਹਨੂੰ ਕਿਵੇਂ ਵੇਦ ਕਥਨ ਕਰੇ। ਉਹਨੂੰ ਵੇਦ ਨਹੀਂ ਜਾਣ ਸਕਦਾ। ਵੇਦ ਕਿਉਂ ਨਹੀਂ ਜਾਣ ਸਕਦਾ? ਜੇਤਾ ਸੁਨਹਿ ਤੇਤਾ ਬਖਿਆਨਹਿ। ਕਹਿੰਦੇ ਜਿੰਨਾ ਕੁ ਸੁਣਿਆ ਹੈ ਵੇਦਾਂ ਵਿੱਚ ਬ੍ਰਹਮਾ ਜੀ ਨੇ, ਇਹ ਵੇਦਾਂ 'ਚ ਲਿਖਿਆ ਹੈ। ਜਿੰਨਾ ਈਸ਼ਰ ਨੇ ਕਥਨ ਕੀਤਾ ਹੈ ਉਹਨਾਂ ਉਹ ਵੇਦਾਂ ਦੇ ਵਕਤੇ ਵਿਖਿਆਨ ਕਰਦੇ ਆ ਤੇ ਸਰੋਤੇ ਸੁਣਦੇ ਆ। ਜੋ ਕੁਝ ਨਹੀਂ ਲਿਖਿਆ ਉਸ ਤੋਂ ਵੱਧ ਨਾ ਵੇਦ ਕਥਨ ਕਰ ਸਕਦੇ ਆ, ਨਾ ਸਰੋਤੇ ਸੁਣ ਸਕਦੇ ਆ। ਇਸ ਕਰਕੇ ਸਾਧਾਂ ਦੀ ਮਹਿਮਾ ਨੂੰ ਵੇਦ ਨਹੀਂ ਜਾਣ ਸਕਦੇ। ਪ੍ਰਮਾਣ ਹੈ ਵੇਦ ਜਿਹੜੇ ਆ ਇਹ ਤਿੰਨਾਂ ਗੁਣਾਂ ਦੇ ਵਿਸ਼ੇ ਆ। ਸਾਧਾਂ ਦੀ ਉਮਤ ਤਿੰਨਾਂ ਗੁਣਾਂ ਤੋਂ ਦੂਰ ਹੈ। ਇਸ ਕਰਕੇ ਤਿੰਨਾਂ ਗੁਣਾਂ ਨੂੰ ਵਿਸ਼ੇ ਜਾਣ ਕਰਕੇ ਵੇਦ ਨਹੀਂ ਕਰ ਸਕਦੇ। ਗੁਰੂ ਪਾਰਬ੍ਰਹਮ ਪਰਮੇਸ਼ਰ ਦਾ ਵੇਦ ਵੀ ਅੰਤ ਨਹੀਂ ਪਾ ਸਕਦਾ। ਵੇਦ ਤਾਂ ਇੱਕ ਚਾਰ ਘੜੇ ਆ ਜਿਹੜੇ ਪਾਣੀ ਨਾਲ ਭਰੇ ਹੁੰਦੇ ਆ। ਸੰਤ ਦਾ ਹਿਰਦਾ ਤਾਂ ਸਮੁੰਦਰ ਦੀ ਨਿਆਈ ਹੈ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਸ ਦਾ ਵੇਦ ਕੀ ਕਥਨ ਕਰ ਸਕਦੇ ਆ? ਸਮੁੰਦਰ 'ਚੋਂ ਕਿੰਨੇ ਘੜੇ ਭਰੀ ਜਾਓ ਉਸ ਦਾ ਅੰਤ ਨਹੀਂ ਪੈ ਸਕਦਾ, ਖਤਮ ਨਹੀਂ ਹੋ ਸਕਦਾ। ਇਸ ਕਰਕੇ ਵੇਦ ਵੀ ਕਥਨ ਕਰਨਾ ਨਹੀਂ ਜਾਣਦੇ। ਸਾਧੂਆਂ ਦੀ ਮਹਿਮਾ ਨੂੰ ਤਾਂ ਵੇਦ ਨਹੀਂ ਜਾਣ ਸਕਦੇ। ਸਾਧ ਕੀ ਉਪਮਾ ਤੇ ਗੁਣ ਤੇ ਦੂਰ। ਭਾਈ ਇਉਂ ਮਹਾਰਾਜ ਜੀ ਸਾਧ ਦੀ ਮਹਿਮਾ ਵੇਦ ਕਿਉਂ ਨਹੀਂ ਜਾਣਦੇ? ਕਿਉਂਕਿ ਵੇਦ ਜਿਹੜੇ ਆ ਤਿੰਨਾਂ ਗੁਣਾਂ ਨੂੰ ਵਿਸ਼ੇ ਕਰਦੇ ਆ ਤੇ ਸਾਧ ਦੀ ਉਪਮਾ ਮਹਿਮਾ ਤਿੰਨਾਂ ਗੁਣਾਂ ਤੋਂ ਪਰੇ ਹੈ, ਭਾਵ ਦੂਰ ਹੈ। ਸਾਧ ਕੀ ਉਪਮਾ ਰਹੀ ਭਰਪੂਰ। ਮਹਾਂਪੁਰਖਾਂ ਦੀ ਜਿਹੜੀ ਉਪਮਾ ਵਡਿਆਈ ਹੈ ਉਹ ਸਾਰੇ ਭਰਪੂਰ ਵਿਆਪਕ ਹੋ ਰਹੀ ਹੈ, ਲਬਾ ਲਬ ਭਰੀ ਪਈ ਹੈ। ਸਾਧ ਕੀ ਸੋਭਾ ਕਾ ਨਾਹੀ ਅੰਤ। ਜੋ ਮਹਾਰਾਜ ਦੇ ਸੰਤ ਪਿਆਰੇ ਆ ਉਹਨਾਂ ਦੀ ਵਡਿਆਈ ਦਾ ਅੰਤ ਪਾਰਾਵਾਰਾ ਨਹੀਂ ਪਾਇਆ ਜਾ ਸਕਦਾ। ਸਾਧ ਕੀ ਸੋਭਾ ਸਦਾ ਬੇਅੰਤ। ਭਾਈ ਮਹਾਰਾਜ ਦੇ ਪਿਆਰੇ ਸੰਤਾਂ ਦੀ ਸੋਭਾ ਸਦਾ ਅੰਤ ਤੋਂ ਰਹਿਤ ਬੇਅੰਤ ਹੈ। ਸਾਧ ਕੀ ਸੋਭਾ ਊਚ ਤੇ ਊਚੀ। ਮਹਾਂਪੁਰਖਾਂ ਦੀ ਵਡਿਆਈ ਜਿਹੜੀ ਹੈ ਉਹ ਉੱਚੇ ਜੋ ਬ੍ਰਹਮਾ ਆਦਿਕ ਨੇ ਉਹਨਾਂ ਤੋਂ ਵੀ ਉੱਚੀ ਹੈ। ਸਾਧ ਕੀ ਸੋਭਾ ਮੂਚ ਤੇ ਮੂਚੀ। ਸਾਧੂਆਂ ਦੀ ਮਹਿਮਾ ਸੋਭਾ ਜਿਹੜੀ ਹੈ ਉਹ ਮੂਚ ਤੇ ਮੂਚੀ, ਵੱਡੇ ਬ੍ਰਹਿਮੰਡਾਂ ਵਿਸਤਾਰ ਵਾਲਿਆਂ ਬ੍ਰਹਿਮੰਡ ਆਦਿਕਾਂ, ਸੁਮੇਰ ਪਰਬਤ ਆਦਿਕਾਂ ਤੋਂ ਵੀ ਵਿਸਥਾਰ ਵਾਲੀ ਹੈ, ਵੱਡੀ ਹੈ। ਹਿਰਨ ਗਰਭ ਆਦਿਕ ਵਿੱਚ ਮਾਇਆ ਦੀ ਅੰਸ਼ ਹੈ। ਈਸ਼ਰ ਦਾ ਜਿਹੜਾ ਸੁਪਨ ਅਵਸਥਾ ਦਾ ਅਭਿਮਾਨੀ ਹੈ ਉਸ ਤੋਂ ਵੀ ਵਿਸਥਾਰ ਵਾਲੀ ਹੈ, ਵੱਡੀ ਹੈ। ਸਾਧ ਕੀ ਸੋਭਾ ਸਾਧ ਬਨ ਆਈ। ਭਾਈ ਜਿਹੜੀ ਮਹਾਤਮਾ ਜਨਾਂ ਦੀ ਸੋਭਾ ਹੈ ਉਹ ਮਹਾਤਮਾ ਸੰਤਾਂ ਨੂੰ ਹੀ ਬਣ ਆਉਂਦੀ ਹੈ। ਨਾਨਕ ਸਾਧ ਪ੍ਰਭ ਭੇਦ ਨ ਪਾਈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਇਹੋ ਜਿਹੇ ਸਾਧ ਗੁਰੂ ਨਾਨਕ ਸਾਹਿਬ ਜੀ ਨੇ ਸਾਧ ਰੂਪ ਜਿਨ ਧਾਰਿਆ ਉਹਨਾਂ 'ਚ ਤੇ ਵਾਹਿਗੁਰੂ ਵਿੱਚ ਕੋਈ ਫਰਕ ਨਹੀਂ ਹਨ, ਇੱਕੋ ਹੀ ਹਨ। ਜਿਵੇਂ ਪਾਤਸ਼ਾਹ ਫਰਮਾਉਂਦੇ ਹਨ ਕਿ ਜਲ ਤੇ ਤਰੰਗ ਉੱਠੈ ਬਹੁ ਭਾਂਤੀ।
ਕਹਿੰਦੇ ਜਲ ਤੇ ਤਰੰਗਾਂ ਬਹੁਤ ਭਾਂਤਾਂ ਦੀਆਂ ਉੱਡਦੀਆਂ ਹਨ, ਫਿਰ ਉਹ ਜਲ ਵਿੱਚ ਹੀ ਸਮਾ ਜਾਂਦੀਆਂ ਹਨ। ਸੋ ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀ। ਜਲ ਤੇ ਉਪਜ ਤਰੰਗ, ਜਿਉ ਜਲ ਹੀ ਵਿਖੈ ਸਮਾਏ। ਕਹਿੰਦੇ ਜਿਵੇਂ ਜਲ ਤੋਂ ਹੀ ਤਰੰਗ ਲਹਿਰ ਪੈਦਾ ਹੋਈ, ਫਿਰ ਜਲ ਵਿੱਚ ਹੀ ਸਮਾ ਗਈ, ਉਹ ਜਲ ਦਾ ਹੀ ਰੂਪ ਹੈ। ਸੋ ਸਾਧ ਸੰਗਤ ਜੀ, ਇਹ ਸੀ ਗੁਰੂ ਸਾਹਿਬ ਮਹਾਰਾਜ ਜੀ ਦੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚੋਂ 7ਵੀਂ ਅਸ਼ਟਪਦੀ ਦੀ ਵਿਚਾਰ ਮੁਕੰਮਲ ਵਿਸਥਾਰ ਸਹਿਤ ਤਿਉਕ ਮਾਤਰ ਸਹਿਤ ਕਥਾ ਵਿਚਾਰ ਹੋਈ ਹੈ। ਸੋ ਆਪ ਸੰਗਤਾਂ ਨੇ ਬੜੇ ਪ੍ਰੇਮ ਦੇ ਵਿੱਚ ਕਥਾ ਵਿਚਾਰ ਸਰਵਣ ਕੀਤੀ ਹੈ। ਸੋ ਅਤੀ ਧੰਨਵਾਦੀ ਹਾਂ ਸਤਿਗੁਰੂ ਜੀ ਦੇ, ਆਪ ਸਾਧ ਸੰਗਤ ਦੇ, ਜੋ ਆਪ ਇਤਨਾ ਸਹਿਯੋਗ ਦੇ ਰਹੇ ਹੋ। ਸੋ ਸਾਧ ਸੰਗਤ ਜੀ, ਗੁਰਬਾਣੀ ਸਾਹਿਬ ਜੀ ਨੂੰ ਪੜ੍ਹਦਿਆਂ ਵਿਚਾਰ ਕਰਦਿਆਂ ਏਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋ ਜਾਂਦੀਆਂ ਹਨ। ਸਾਧ ਸੰਗਤ ਜੀ ਬਖਸ਼ਣ ਯੋਗ ਹੈ, ਬਖਸ਼ ਲੈਣਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣਹਾਰ ਪਿਤਾ ਹਨ, ਬਖਸ਼ ਲੈਣ। ਆਓ 7ਵੀਂ ਅਸ਼ਟਪਦੀ ਦੀਆਂ ਸਮਾਪਤੀ ਵਾਲੀਆਂ ਪੰਕਤੀਆਂ ਨੂੰ ਅਸੀਂ ਗਾ ਕੇ ਪੜ੍ਹ ਕੇ ਸਰਵਣ ਕਰੀਏ ਜੀ। ਸਾਧ ਕੀ ਸੋਭਾ ਸਾਧ ਬਨ ਆਈ, ਨਾਨਕ ਸਾਧ ਪ੍ਰਭ ਭੇਦ ਨ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।